ਮਨੁੱਖ ਦੀਆਂ ਲੋੜਾਂ ਨੇ ਔਰ ਲੋੜਾਂ ਦੇ ਨਾਲ ਸੰਬੰਧ ਮਨੁੱਖ ਤੋੜ ਨਹੀਂ ਸਕਦਾ। ਲੱਖ ਯਤਨ ਕਰੇ ਮੈਨੂੰ ਨਹੀਂ ਚਾਹੀਦਾ ਪਾਣੀ, ਪਰ ਸਰੀਰ ਮੰਗੇਗਾ, ਲੋੜ ਹੈ। ਲੱਖ ਮੈਂ ਉੱਚੀ ਆਵਾਜ਼ ਨਾਲ ਆਖਾਂ ਮੈਨੂੰ ਨਹੀਂ ਚਾਹੀਦਾ ਭੋਜਨ, ਪਰ ਸਰੀਰ ਨੂੰ ਭੁੱਖ ਲੱਗੇਗੀ, ਮੰਗੇ। ਸਰੀਰ ਨੂੰ ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ। ਕੁਛ ਤੇ ਵੱਡੀਆਂ ਵੱਡੀਆਂ ਸਰੀਰ ਦੀਆਂ ਲੋੜਾਂ ਨੇ, ਕੁਝ ਛੋਟੀਆਂ ਛੋਟੀਆਂ ਹੋਰ ਬਥੇਰੀਆਂ ਨੇ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਲੋੜਾਂ ਦਾ ਕੋਈ ਤਿਆਗੀ ਨਹੀਂ, ਕੋਈ ਤਿਆਗੀ ਨਹੀਂ। ਗੱਲ ਮੈਨੂੰ ਭੁੱਲਦੀ ਨਹੀਂ, 15 ਦਿਨ ਮੈਂ ਕਸਤੂਰਬਾ ਗ੍ਰਾਮ ਇੰਦੌਰ ਦੇ ਸੰਤ ਵਿਨੋਬਾ ਭਾਵੇ ਦੇ ਹੁੰਦਿਆਂ ਕਥਾ ਕੀਤੀ ਸੀ। ਸਵੇਰੇ ਮੈਂ ਇਮਲੀ ਸਾਹਿਬ ਗੁਰਦੁਆਰੇ 'ਚ ਕਰਦਾ ਸੀ, ਸ਼ਾਮੀ ਕਸਤੂਰਬਾ ਗ੍ਰਾਮ ਜੋ ਸੰਤ ਵਿਨੋਬਾ ਭਾਵੇ ਜੀ ਦਾ ਆਸ਼ਰਮ ਸੀ, ਮੈਨੂੰ ਕਹਿਣ ਲੱਗੇ ਸਾਨੂੰ ਵੀ ਗੁਰਬਾਣੀ ਸੁਣਾਓ। ਮੈਂ ਕਿਹਾ ਜ਼ਰੂਰ ਸੁਣਾਵਾਂਗਾ। ਮੈਨੂੰ ਉਹਨਾਂ ਨੇ 35-40 ਕਿਤਾਬਾਂ ਵੀ ਆਪਣੀਆਂ ਲਿਖੀਆਂ ਹੋਈਆਂ ਭੇਟਾਂ 'ਚ ਦਿੱਤੀਆਂ। ਸੁਭਾਵਿਕ ਬਜ਼ੁਰਗ ਸਨ। ਧਨ ਮਾਇਆ ਮੇਰੇ ਅੱਗੋਂ ਆਈ, ਕਿਉਂਕਿ ਤਿਆਗੀ ਸਾਧੂਆਂ ਦਾ ਆਸ਼ਰਮ ਸੀ, ਪਰਉਪਕਾਰੀਆਂ ਦਾ ਸੇਵਾ ਭਾਵ। ਜ਼ਮੀਨ ਇਕੱਠੀ ਕਰਕੇ ਤੇ ਗਰੀਬਾਂ ਦੇ 'ਚ ਵੰਡਣੀ ਬੋਦਾਂ। ਉਹ ਮਾਇਆ ਮੈਂ ਵਿਨੋਬਾ ਭਾਵੇ ਦੇ ਝੋਲੇ 'ਚ ਪਾ ਦਿੱਤੀ, ਇੱਕਦਮ ਸੁੱਟ ਦਿੱਤੀ। ਮੈਂ ਕਿਹਾ ਇਸ ਤਰ੍ਹਾਂ ਕਿਉਂ, ਇੰਨੀ ਨਫ਼ਰਤ, ਮਿੱਟੀ ਆਈ ਹੈ। ਮੈਂ ਕਿਹਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਮਿੱਟੀ ਨਾਲ ਤੇ ਤੁਹਾਨੂੰ ਹੱਥ ਵੀ ਧੋਣੇ ਪੈਂਦੇ ਨੇ, ਮੈਂ ਦੇਖਦਾ। ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਕਿ ਜੇ ਧਨ ਵੀ ਮਿੱਟੀ ਹੈ ਤਾਂ ਕੀ ਹਰਜ ਹੈ, ਕੀ ਹਰਜ ਹੈ? ਮੈਨੂੰ ਕਹਿਣ ਲੱਗੇ ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ। ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ, ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ। ਇਹਦੇ 'ਚ ਅਹਿਮੀਅਤ ਛੁਪੀ ਹੋਈ ਹੈ ਬੜੀ। ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ, ਇਸ ਵਾਸਤੇ ਸੋ ਮੈਨੂੰ ਅਜੇ ਤੱਕ ਯਾਦ ਹੈ। ਪਰ ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ। ਲੋੜਾਂ ਹੈ, ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ ਪਾਣੀ ਚਾਹੀਦਾ, ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ ਭੋਜਨ ਚਾਹੀਦਾ, ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ 3 ਸਾਧਨ ਨੇ। ਪਹਿਲਾ ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ, ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਕਿ ਮੈਂ ਅਰਜ਼ ਕਰਾਂ ਅਛੂਤਾ ਜਿਹਾ ਵਾਕ ਹੈ, ਕਿਸ ਹੋਂ ਜਾਚੀ ਕਿਸ ਸਾਲ। ਜਾਚਣ ਮੰਗਣ ਤੋਂ ਗੱਲ ਚੱਲਦੀ। ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ। ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ, ਅੱਜ ਦਾ ਵਾਕ ਹੀ ਐਸਾ ਹੈ। ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ, ਮਿਹਨਤ ਕਰਨੀ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ। ਦੂਜਾ ਢੰਗ ਬੜਾ ਵਿਆਪਕ ਪੱਧਰ 'ਤੇ ਸਾਰੀ ਦੁਨੀਆ ਵਿੱਚ ਹੈ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਤੋ ਇਸ ਨਾਲ ਮੰਗਤਿਆਂ ਦਾ ਜਨਮ ਹੋਇਆ, ਭਿਖਾਰੀਆਂ ਦਾ ਜਨਮ ਹੋਇਆ। ਔਰ ਧਾਰਮਿਕ ਜਗਤ ਦੇ 'ਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ। ਤੋ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੂ,
भिक्षु भिक्षा मंग के गुजारा करना। इस वास्ते मैं कई दफा कहा कि महात्मा बुद्ध ते स्वामी महावीर का धर्म तो इस तरह के होर त्यागियों का धर्म व्यक्तिगत धर्म है प्रभु नाल जुड़न का वसीला है। ये व्यक्तिगत धर्म है, समूहक नहीं, सारिਆਂ का नहीं। कारण अगर सारे भिक्षु बन जान, चलो मन लेंदे हैं, सारे ही महात्मा बुद्ध की गल मन लैन तो सारे ही भिक्षु बन जान, फिर कौन देगा? देने वाला कौन हो? किसने देना? सारे तो मंगते, सारे तो मंगण वाले, फिर कौन देगा? तो सारिਆਂ का धर्म नहीं है। अगर सारे ही गृहस्थ दे त्यागी बन जान तो 300 साल तो बाद बंदा तो जमीन पर एक भी नहीं लभेगा, गल खत्म हो जाएगी, मनुष्यता तो खाली हो जाएगी जमीन। अगर सारे ही गृहस्थ का त्याग कर दें। महात्मा बुद्ध का धर्म अजीम ने, महान ने, बड़े विचारक ने, उन्होंने धर्म व्यक्तिगत धर्म है, समूहक धर्म नहीं है, सारिਆਂ का धर्म नहीं है। स्वामी महावीर का व्यक्तिगत धर्म है, समूहक धर्म नहीं है। सारे ही गृहस्थ का त्याग कर दें, थोड़े दिनों तो बाद ही जमीन मनुखों तो खाली हो जाएगी, शेरां तो खाली नहीं होगी, क्योंकि शेर तो त्याग नहीं करेंगे, वो प्रकृति के नियम नाल जीणगे। गौवां तो खाली नहीं होगी, कुत्तियां तो खाली नहीं होगी, सप्पां तो खाली नहीं होगी, पंछियां तो खाली नहीं होगी, ये जमीन मनुखों तो खाली हो जाएगी। क्यों खाली हो जाएगी? त्यागी खाली कर देंगे। गृहस्थ का त्याग व्यक्तिगत धर्म है, व्यक्तिगत, समूहक नहीं है। भिक्षा मंग के उपजीविका चलानी व्यक्तिगत धर्म है धर्म है। बहुता समा मेहनत विच जाया होंदा है, भजन करिए। मैं तो एक ऐसा भी देखा, क्योंकि अमृत वेले थाईलैंड दे 5 बजे भिक्षु निकलते हैं भिक्षा मंगण, उस टाइम निकलते हैं, सूरज निकलता है, उस तो पहले पहले मंदिरों च वापस चले जाते हैं, अपने आश्रमां में वापस चले जाते। लोग अपने घर के बाहर खड़े होंगे, हर दूजे तीजे घर विच देने वाले खड़े होंगे, देंदे। उत्थे ही मैं सोचिया सी, आखिर मंगण दे भी तो मेहनत तो होंदी। उठे हाँ, खप्पर लिया, बूए बूए ते जा रहे हैं, मेहनत तो है, मेहनत तो है। लोड़ां दी पूर्ति 3 तरीकों नाल होंदी है। मेहनत करके, जो मेहनत करके पूर्ति करते हैं किरती, जो मंग के पूर्ति करते हैं भिक्षु भिखारी मंगते, और जो खो के पूर्ति करते हैं, लुट के पूर्ति करते हैं चोर लुटेरे डकैत। ये 3 साधन ने लोड़ां दी पूर्ति करनी है, या तो खो के करनी है, लुट के करनी है, डाका मार के करनी। लोड़ां ने कितों पूरी करिए? खो के करांगे, लुट के करांगे, डाका डाल के करांगे, मंग के करांगे नहीं, मेहनत करके करांगे। मेहनत धन गुरु नानक ने जो तरीका सानों दिता है, घाल खाए किछ हथों दे, नानक राह पछाणे। उदम करेंदियां जीव तो, कमावदियां सुख भुंज, ध्यावदियां तू प्रभु मिल, नानक उतरे चिंत। दूजा टोला भिक्षुओं का बहुत वड्डा है। गोरख ने जो पैदा किए जोगी भिक्षा मंग के गुजारा करते, भिक्षु भिक्षा मंग के गुजारा करते, जैनी साधु भिक्षा मंग के गुजारा करते, सूफी फकीर भिक्षा मंग के गुजारा करते। बहुत वड्डा तबका है, बड़ा वड्डा तबका है। जिमें मेहनत करने वाले कई तरह के ने,
ਤੇ ਕਿਰਤ ਦੇ 'ਚ ਮਿਹਨਤ ਦੇ 'ਚ ਖੋਟ ਨੂੰ ਵੀ ਰਲਾ ਲੈਂਦੇ ਨੇ। ਕੀ ਖੋਟ? ਕਰਨਾ ਥੋੜ੍ਹਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ 'ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜ੍ਹੀ, ਮੰਗਣ ਬਹੁਤ। 10% ਦੁਕਾਨ ਦੇ 'ਚ ਵਸਤੂ ਦੇ 'ਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਤੇ ਕਿਰਤ ਨੂੰ ਵੀ ਬੇਈਮਾਨੀ 'ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆ ਦੇ 'ਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਦੇ 'ਚ ਮੰਗਤੇ ਨੇ, ਬਾਜ਼ਾਰ ਦੇ ਚੌਕ ਦੇ 'ਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ 'ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ 'ਤੇ ਲਾਇਆ, ਹੋਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ।